हेलो बच्चों। बटे कल जो ਆਪਾਂ ਕੁਐਸਚਨਸ ਡੀ ਬਲੌਕ ਦੇ ਕੁਝ ਪ੍ਰੋਪਰਟੀਜ਼ ਦੇ ਨਾਲ ਰਿਲੇਟਡ ਕੁਐਸਚਨਸ ਕੀਤੇ ਸੀ। ਉਮੀਦ ਹੈ ਵੀ ਤੁਸੀਂ ਕਰ ਲਏ ਹੋਣਗੇ, ਸਮਝ ਆ ਗਈ ਹੋਏਗੀ ਤੁਹਾਨੂੰ। ਠੀਕ ਹੈ, ਜੇ ਕੋਈ ਪ੍ਰੋਬਲਮਸ ਹੋਈਆਂ ਤਾਂ ਆਪਾਂ ਉਹਨਾਂ ਨੂੰ ਲਾਈਵ ਕਲਾਸ ਦੇ ਵਿੱਚ ਡਿਸਕਸ ਕਰ ਲਵਾਂਗੇ। ਠੀਕ ਹੈ, ਅੱਜ ਆਪਾਂ ਕਰਦੇ ਹਾਂ ਬਟੇ ਸਮ ਇੰਪੋਰਟੈਂਟ ਕੰਪਾਊਂਡਸ ਆਫ ਟ੍ਰਾਂਜੀਸ਼ਨ ਐਲੀਮੈਂਟਸ। ट्रांजिशन एलीमेंट्स दे कंपाउंड्स जिहड़े आपां करने आ ऑक्साइड्स एंड ऑक्सो एनायंस ऑफ मैटल्स। ट्रांजिशन मैटल्स है जिहड़े बेटे बहुत सारे जिहड़े ऑक्सीजन दे नाल रिएक्ट करके बहुत सारे ऑक्साइड्स बनाउंदे हैं, बहुत सारे ऑक्साइड्स बनाउंदे हैं। पर जिहड़े दो मेन तुहाडे कंपाउंड्स आपां डिस्कस करने हैं ना, जिवें हरेक सीरीज़ दे विच जिवें आपां पी ब्लॉक कीता सी ਉਹਦੇ ਵਿੱਚ ਵੀ ਹਰੇਕ ਗਰੁੱਪ ਦੇ ਵਿੱਚ ਕੁਝ ਆਪਾਂ ਕੰਪਾਊਂਡ ਹੈ ਜਿਹੜੇ ਖਾਸ ਉਹਨਾਂ ਨੂੰ ਡਿਸਕਸ ਕੀਤਾ ਸੀ। ਤੇ ਇਹਦੇ ਵਿੱਚ ਆਪਾਂ ਦੋ ਮੇਨ ਜਿਹੜੇ ਕੰਪਾਊਂਡਸ ਡਿਸਕਸ ਕਰਾਂਗੇ, ਪੋਟਾਸ਼ੀਅਮ ਡਾਈਕ੍ਰੋਮੇਟ ਐਂਡ ਪੋਟਾਸ਼ੀਅਮ ਪਰਮੈਂਗਨੇਟ। ਦੋ ਇੰਪੋਰਟੈਂਟ ਕੰਪਾਊਂਡਸ ਹੈ, ਉਹਨਾਂ ਦੀ ਆਪਾਂ ਪ੍ਰੈਪਰੇਸ਼ਨ ਕਰਾਂਗੇ ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਕਰਾਂਗੇ। ਮੇਨ ਆਪਾਂ ਦੋ ਕੰਪਾਊਂਡਸ ਇਹਦੇ ਵਿੱਚ ਡਿਸਕਸ ਕਰਨੇ ਆ। ਠੀਕ ਹੈ, ਤਾਂ ਆਪਾਂ ਪਹਿਲਾਂ ਜਨਰਲੀ ਦੇਖਦੇ ਹਾਂ ਕਿ ਕਿਹੜੇ ਤਰ੍ਹਾਂ ਦੇ ਆਕਸਾਈਡ ਬਣਾ ਸਕਦੇ ਆ। ਟ੍ਰਾਂਜੀਸ਼ਨ ਮੈਟਲਸ ਜਨਰਲੀ ਰਿਐਕਟ ਵਿਦ ਆਕਸੀਜਨ ਐਟ ਹਾਈ ਟੈਂਪਰੇਚਰ ਟੂ ਫਾਰਮ ਆਕਸਾਈਡਸ। A large variety of oxides of different oxidation states are formed। ਸਾਨੂੰ ਪਤਾ ਹੈ ਕਿ ਆਕਸੀਡੇਸ਼ਨ ਸਟੇਟ ਇਹਨਾਂ ਦੀਆਂ ਬਹੁਤ ਵੇਰੀਏਬਲ ਹੁੰਦੀਆਂ, ਬਹੁਤ ਸਾਰੀਆਂ ਆਕਸੀਡੇਸ਼ਨ ਸਟੇਟਸ ਹੁੰਦੀਆਂ ਤੇ ਤਕਰੀਬਨ ਹਰੇਕ ਸਟੇਟ ਦੇ ਵਿੱਚ ਇਹ ਆਕਸਾਈਡ ਆਪਣੇ ਬਣਾਉਂਦੇ ਆ। ਠੀਕ ਹੈ, ਵਿਦ ਜਨਰਲ ਫਾਰਮੂਲੀ MO M2O3 MO2 M2O5 MO3। मतलब दो ऑक्सीडेशन स्टेट भी आ गई, 3 भी आ गई, 4 भी आ गई, 5 भी आ गई, 6 भी आ गई। सारी ऑक्सीडेशन स्टेट्स दे विच ये ऑक्साइड्स बनाते हैं आम तौर पर। ठीक है, ऑल मैटल्स एक्सेप्ट स्कैंडियम, स्कैंडियम नूं छड्ड के फॉर्म MO ऑक्साइड्स विच आर आयोनिक। क्योंकि सानू पता है कि स्कैंडियम की ऑक्सीडेशन स्टेट सिर्फ 3 होंदी है। आपां ये पढ़िया होया ਜਦੋਂ ਆਪਾਂ ਆਕਸੀਡੇਸ਼ਨ ਸਟੇਟਸ ਕੀਤੀਆਂ ਸੀ ਤਾਂ ਦੋ ਆਕਸੀਡੇਸ਼ਨ ਸਟੇਟ ਦੇ ਵਿੱਚ ਸਕੈਂਡੀਅਮ ਆਕਸਾਈਡ ਨਹੀਂ ਬਣਾਏਗਾ। MO ਹੈ ਜਿਹੜੇ ਉਹ ਬਾਕੀ ਸਾਰੇ ਜਿਹੜੇ ਹੈਗੇ ਆ ਉਹ ਬਣਾਉਂਦੇ ਆ, ਵਿਚ ਆਰ ਆਇਨਿਕ, ਜਿਹੜੇ ਕਿ ਸਾਰੇ ਆਇਨਿਕ ਨੇਚਰ ਦੇ ਹੁੰਦੇ ਆ। ਬਟ ਇਹਨਾਂ ਦੀ ਬਟੇ ਕੁਝ ਖਾਸ ਪ੍ਰੋਪਰਟੀਜ਼ ਹੈ ਜਿਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਜਿਵੇਂ ਜਿਵੇਂ ਅਸੀਂ ਪੀਰੀਅਡ ਦੇ ਵਿੱਚ ਜਾਂਦੇ ਆ ਨਾ ਤਾਂ ਇਹ ਪ੍ਰੋਪਰਟੀਜ਼ ਦੇ ਵਿੱਚ ਫਰਕ ਆਉਂਦਾ ਜਾਂਦਾ ਹੈ। ਦ ਆਇਨਿਕ ਕਰੈਕਟਰ ਡਿਕਰੀਜ਼ਸ as the oxidation of a metal increases। ਜੇ ਆਕਸੀਡੇਸ਼ਨ ਸਟੇਟ ਹੈ ਜਿਹੜੀ ਉਹ ਵੱਧਦੀ ਜਾਂਦੀ ਹੈ, ਇਹ ਮੈਟਲ ਦੀ ਆਕਸੀਡੇਸ਼ਨ ਸਟੇਟ ਇਨਕਰੀਜ਼ ਹੋ ਰਹੀ ਹੈ, ਤਾਂ ਜਿਹੜਾ ਆਇਨਿਕ ਕਰੈਕਟਰ ਹੈ ਉਹ ਕੀ ਹੈ, ਡਿਕਰੀਜ਼ ਹੋ ਰਿਹਾ। ਦਾ ਮਤਲਬ ਕੋਵੈਲੈਂਟ ਕਰੈਕਟਰ ਇਨਕਰੀਜ਼ ਹੋਈ ਜਾਂਦਾ ਹੈ। ਜਿਹੜੇ ਲਾਸਟ ਵਾਲੇ ਐਲੀਮੈਂਟਸ ਆ ਜਾਣਗੇ ਜਾਂ ਆਕਸੀਡੇਸ਼ਨ ਸਟੇਟ ਦੇ ਵਿੱਚ ਕੰਪਾਊਂਡ ਆਉਣਗੇ, ਉਹਨਾਂ ਦੇ ਵਿੱਚ ਜ਼ਿਆਦਾ ਕਰੈਕਟਰ ਕਿਹੜਾ ਹੁੰਦਾ ਹੈ, ਕੋਵੈਲੈਂਟ। ਲੋਅਰ ਆਕਸੀਡੇਸ਼ਨ ਸਟੇਟ ਦੇ ਵਿੱਚ ਇਹ ਆਇਨਿਕ ਹੁੰਦੇ ਆ, ਤਾਂ ਜੇ ਆਕਸੀਡੇਸ਼ਨ ਸਟੇਟ ਵੱਧਦੀ ਜਾਂਦੀ ਹੈ ਤਾਂ ਆਇਨਿਕ ਕਰੈਕਟਰ ਹੈ ਜਿਹੜਾ ਉਹ ਡਿਕਰੀਜ਼ ਹੁੰਦਾ ਜਾਂਦਾ ਹੈ ਆਕਸਾਈਡਸ ਦਾ। ਕਲੀਅਰ। ਦੂਸਰੀ ਚੀਜ਼ ਬਟੇ ਦ ਆਕਸਾਈਡਸ ਆਫ ਲੋਅਰ ਆਕਸੀਡੇਸ਼ਨ ਸਟੇਟ ਆਫ ਮੈਟਲ ਆਰ ਬੇਸਿਕ। ਜਿਹੜੇ ਲੋਅਰ ਆਕਸੀਡੇਸ਼ਨ ਸਟੇਟ ਦੇ ਵਿੱਚ ਆਕਸਾਈਡ ਆ ਉਹ ਕੀ ਹੈ, ਬੇਸਿਕ ਨੇਚਰ ਦੇ ਆ। ਹੌਲੀ ਹੌਲੀ ਬੇਸਿਕ ਕਰੈਕਟਰ ਘਟਦਾ ਜਾਂਦਾ ਹੈ ਤੇ ਐਸਿਡਿਕ ਕਰੈਕਟਰ ਵੱਧਦਾ ਜਾਂਦਾ ਹੈ। ਜਿਵੇਂ ਜਿਵੇਂ ਆਪਾਂ ਆਕਸੀਡੇਸ਼ਨ ਸਟੇਟ ਵਧਾਉਂਦੇ ਜਾਂਦੇ ਆ ਤਾਂ ਫਿਰ ਕੀ ਹੈ, ਜਿਵੇਂ ਜਿਵੇਂ ਆਕਸੀਡੇਸ਼ਨ ਸਟੇਟ ਵਧੀ ਜਾਏਗੀ ਤਾਂ ਉਵੇਂ ਉਵੇਂ ਉਹਨਾਂ ਦੀ ਜਿਹੜੀ ਹੈਗੀ ਹੈ ਐਸਿਡਿਕ ਕਰੈਕਟਰ ਹੈ ਜਿਹੜਾ ਉਹ ਇਨਕਰੀਜ਼ ਹੁੰਦਾ ਜਾਏਗਾ, ਬੇਸਿਕ ਕਰੈਕਟਰ ਡਿਕਰੀਜ਼ ਹੁੰਦਾ ਜਾਏਗਾ। ਤਾਂ ਜਿਹੜੇ ਲੋਅਰ ਆਕਸਾਈਡ ਦੇ ਵਿੱਚ ਹੈ ਉਹ ਕੀ ਹੈ, ਕਰੈਕਟਰ ਉਹਨਾਂ ਦਾ ਕੀ ਹੈ, ਬੇਸਿਕ। ਦ ਆਕਸਾਈਡਸ ਹੈਵਿੰਗ ਇੰਟਰਮੀਡੀਏਟ ਆਕਸੀਡੇਸ਼ਨ ਸਟੇਟਸ ਆਰ ਐਮਫੋਟੈਰਿਕ। ਜਿਨ੍ਹਾਂ ਦੀ ਇੰਟਰਮੀਡੀਏਟ ਆਕਸੀਡੇਸ਼ਨ ਸਟੇਟ ਹੈ ਉਹ ਕੀ ਹੁੰਦੇ ਆ, ਐਮਫੋਟੈਰਿਕ ਹੁੰਦੇ ਆ। ਐਮਫੋਟੈਰਿਕ ਕਿਹਨਾਂ ਨੂੰ ਕਹਿੰਦੇ ਆ ਬੇਟੇ, ਜਿਨ੍ਹਾਂ ਦੇ ਵਿੱਚ ਐਸਿਡ ਤੇ ਬੇਸਿਕ ਕਰੈਕਟਰ ਦੋਨੋਂ ਹੋਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਐਮਫੋਟੈਰਿਕ। ਇੱਕ ਐਮਫੋਟੈਰਿਕ ਹੁੰਦਾ, ਇੱਕ ਨਿਊਟਰਲ ਹੁੰਦਾ। ਨਿਊਟਰਲ ਨਹੀਂ, ਐਮਫੋਟੈਰਿਕ। ਐਮਫੋਟੈਰਿਕ ਦਾ ਮਤਲਬ ਜਿ ਦੋਨੋਂ ਤਰ੍ਹਾਂ ਦੇ ਕਰੈਕਟਰ ਹੈ, ਐਸਿਡ ਵੀ ਹੈ ਤੇ ਬੇਸ ਵੀ ਹੈ, ਉਹਨੂੰ ਅਸੀਂ ਐਮਫੋਟੈਰਿਕ ਕਹਿੰਦੇ ਹਾਂ। ਦ ਆਕਸਾਈਡਸ ਆਫ ਹਾਇਰ ਆਕਸੀਡੇਸ਼ਨ ਸਟੇਟਸ ਆਫ ਮੈਟਲ ਆਰ ਐਸਿਡਿਕ। ਤੇ ਜਦੋਂ ਹਾਇਰ ਆਕਸੀਡੇਸ਼ਨ ਸਟੇਟ ਦੇ ਵਿੱਚ ਹੈ ਤਾਂ ਕੀ ਹੈ, ਉਹ ਐਸਿਡਿਕ ਨੇਚਰ ਦੇ ਆ ਜਾਂਦੇ। ਠੀਕ ਹੈ, ਤਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜਾ ਆਮ ਤੌਰ ਤੇ ਜਿਵੇਂ ਆਪਾਂ ਲੈਂਦੇ ਹਾਂ ਕਿ ਜਿਹੜੇ ਪਹਿਲੀ ਆਕਸੀਡੇਸ਼ਨ ਸਟੇਟ ਦੇ ਵਿੱਚ ਇਹ ਬੇਸਿਕ ਹੈ, ਫਿਰ ਐਮਫੋਟੈਰਿਕ ਆ ਜਾਂਦੇ ਆ, ਆਹ ਵਾਲਾ ਕੀ ਹੈ, ਐਸਿਡਿਕ ਹੈ। ਹਾਇਰ ਆਕਸੀਡੇਸ਼ਨ ਸਟੇਟ ਦੇ ਐਸਿਡਿਕ ਹੈ, ਲੋਅਰ ਆਕਸੀਡੇਸ਼ਨ ਸਟੇਟ ਦੇ ਵਿੱਚ
ਲੋਅਰ ਆਕਸੀਡੇਸ਼ਨ ਸਟੇਟ ਦੇ ਵਿੱਚ ਕੀ ਹੈ ਇਹ ਬੇਸਿਕ ਹੈ ਤਾਂ ਇਨ ਬਿਟਵੀਨ ਜੇ ਆ ਜਾਂਦੀ ਹੈ ਆਕਸੀਡੇਸ਼ਨ ਸਟੇਟ ਉਹਦੇ ਵਿੱਚ ਕੀ ਹੈ ਇਹ ਐਮਫੋਟੈਰਿਕ ਨੇਚਰ ਜਿਹਦੇ ਵਿੱਚ ਦੋਨੋਂ ਤਰ੍ਹਾਂ ਦੇ ਕਰੈਕਟਰਸ ਹੋਣਗੇ। ਹੁਣ ਆਪਾਂ ਬੇਟੇ ਮੈਂ ਤੁਹਾਨੂੰ ਕਿਹਾ ਕਿ ਅਸੀਂ ਦੋ ਤਰ੍ਹਾਂ ਦੇ ਕੰਪਾਊਂਡ ਪੜ੍ਹਨੇ ਆ, ਦੋ ਹੀ ਕੰਪਾਊਂਡ ਅਸੀਂ ਡਿਸਕਸ ਕਰਾਂਗੇ ਇਹਦੇ ਵਿੱਚ। ਤਾਂ ਮੇਨ ਕੁਐਸਚਨ ਤੁਹਾਨੂੰ ਪੈਟ ਕੁਐਸਚਨ ਜਿਹੜਾ ਇਹਨਾਂ ਦੇ ਨਾਲ ਰਿਲੇਟਡ ਆਉਂਦਾ ਹੈ ਜਾਂ ਤਾਂ ਤੁਹਾਨੂੰ ਪੋਟਾਸ਼ੀਅਮ ਡਾਈਕ੍ਰੋਮੇਟ ਦੀ ਪ੍ਰੈਪਰੇਸ਼ਨ ਆ ਜਾਂਦੀ ਹੈ ਜਾਂ ਜੇ 1 ਨੰਬਰ 'ਚ ਆ ਜਾਏਗਾ ਕਿਉਂਕਿ ਆਮ ਤੌਰ ਤੇ 3 ਨੰਬਰ 'ਚ ਕੁਐਸਚਨ ਆ ਜਾਂਦਾ ਹੈ ਤਾਂ ਜਾਂ ਤੁਹਾਨੂੰ ਕੀ ਆ ਜਾਂਦਾ ਹੈ ਕਿ ਜੇ ਇਹਦੇ ਉੱਤੇ ਹੀਟਿੰਗ ਇਫੈਕਟ ਕੀ ਹੁੰਦਾ ਹੈ, ਜਦੋਂ ਅਸੀਂ ਹੀਟ ਕਰਦੇ ਹਾਂ ਪੋਟਾਸ਼ੀਅਮ ਡਾਈਕ੍ਰੋਮੇਟ ਨੂੰ ਤਾਂ ਕੀ ਹੁੰਦਾ ਹੈ। ਮੇਨ ਜਿਹੜਾ ਆਉਂਦਾ ਹੈ ਉਹ ਆਉਂਦਾ ਤੁਹਾਨੂੰ ਇਹਨਾਂ ਦੀ ਪ੍ਰੈਪਰੇਸ਼ਨ ਹੈ ਜਿਹੜੀ ਕਿਵੇਂ ਹੁੰਦੀ ਹੈ। ਤਾਂ ਆਪਾਂ ਅੱਜ ਕਰਦੇ ਹਾਂ ਡਿਸਕਸ ਇਹਨੂੰ ਪ੍ਰੈਪਰੇਸ਼ਨ ਆਫ ਡਾਈਕ੍ਰੋਮੇਟ K2Cr2O7 K2Cr2O7 ਪੋਟਾਸ਼ੀਅਮ ਡਾਈਕ੍ਰੋਮੇਟ K ਦੇ ਉੱਤੇ 1 ਪੋਜ਼ਿਟਿਵ Cr2O7 ਦੇ ਉੱਤੇ 2 ਨੈਗੇਟਿਵ Cr2 ਇਹਨੂੰ ਅਸੀਂ ਡਾਈਕ੍ਰੋਮੇਟ ਆਇਨ ਕਹਿੰਦੇ ਆ ਤੇ ਇਹਦੇ ਉੱਤੇ ਕੀ ਹੈ 2 ਨੈਗੇਟਿਵ ਹੈ ਤਾਂ ਕੀ ਬਣ ਗਿਆ ਪੋਟਾਸ਼ੀਅਮ ਡਾਈਕ੍ਰੋਮੇਟ। प्रिपेयर किवें कीता जांदा बेटे इहनूं इट इज़ प्रिपेयर्ड फ्रॉम क्रोमाइट ओर। तुहानूं डायरैक्ट क्वेश्चन यही पूछा जाता है कि पोटाशियम डाइक्रोमेट नूं क्रोमाइट ओर तो किवें प्रिपेयर किया जाता है या क्रोमाइट ओर नहीं दिती होएगी तो तुहानूं पूछ लिया जाएगा कि पोटाशियम डाइक्रोमेट की प्रैपरेशन किवें हुंदी है। क्लीयर है। तो मेन जिहड़ी इहदी प्रैपरेशन है वो कित्थों हुंदी है क्रोमाइट ओर तो। तो क्रोमाइट ओर का फार्मूला की है बेटे FeOCr2O3 मतलब 2 ऑक्साइड का कॉम्बीनेशन है आयरन ऑक्साइड ते क्रोमियम ऑक्साइड। ठीक है FeO फेरस ऑक्साइड ते क्रोमियम ऑक्साइड Cr2O3। तो जे इहनूं इकट्ठा फार्मूला लिख सकते हैं तो की बन जाएगा FeCr2O4। तो ये और नूं इत्थे लगा दीए आपां तो की बन गया FeCr2O4। तो जिस मर्जी फॉर्म दे विच तुसीं इहनूं लिख सकते हो। अदरवाइज की है ये 2 ऑक्साइड है तुहाडे कोले FeO एंड Cr2O3 तो FeCr2O4। हुण ये जिहड़ा मैथड है क्रोमाइट ओर तो जिहड़ी प्रैपरेशन है डाइक्रोमेट की या पोटाशियम डाइक्रोमेट की उहनूं असीं 3 स्टैप्स दे विच करदे हां बेटे। इहदी जिहड़ी प्रैपरेशन है कितनी आएगी इन द फॉलोइंग 3 स्टैप्स 3 स्टैप्स दे विच असीं इहदी प्रैपरेशन करांगे। पहला स्टैप है बेटे वो की है कन्वर्जन ऑफ क्रोमाइट ओर इहनूं कहंदे क्रोमाइट ओर। क्रोमाइट ओर नूं आपां सोडियम क्रोमेट दे विच पहलां कन्वर्ट करदे हां कन्वर्जन ऑफ क्रोमाइट ओर इनटू सोडियम क्रोमेट। हुण आपां क्रोमाइट ओर लै लई FeCr2O4 इहदे विच आपां सोडियम हाइड्रोक्साइड दे नाल इहनूं ट्रीट कीता इन द प्रेजेंस ऑफ एयर। ऑक्सीजन कित्थों लैनी है एयर तो। सोडियम हाइड्रोक्साइड नाल असीं इहनूं ट्रीट करदे हां की है क्रोमाइट ओर है। ਜਦੋਂ ਅਸੀਂ ਇਹਨੂੰ ਟ੍ਰੀਟ ਕਰਾਂਗੇ 에ਅਰ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ ਕੀ ਬਣ ਜਾਏਗਾ ਸੋਡੀਅਮ ਕ੍ਰੋਮੇਟ ਯੈਲੋ ਕਲਰ ਦਾ ਸੋਲੂਸ਼ਨ ਬਣ ਜਾਏਗਾ ਤੁਹਾਡੇ ਕੋਲੇ ਜਿਹਨੂੰ ਅਸੀਂ ਸੋਡੀਅਮ ਕ੍ਰੋਮੇਟ ਕਹਿੰਦੇ ਆ Na2CrO4। ਇਹ ਕ੍ਰੋਮੇਟ ਹੈ ਇਹ ਕੀ ਹੈ Cr2O4 2 ਨੈਗੇਟਿਵ। ਡਾਈਕ੍ਰੋਮੇਟ ਕੀ ਹੁੰਦਾ ਬੇਟੇ Cr2O7 2 ਨੈਗੇਟਿਵ। ठीक है ਇਹਨੂੰ ਕਹਿੰਦੇ ਅਸੀਂ ਕ੍ਰੋਮੇਟ ਆਇਨ। ठीक है ਇਹਦੇ ਉੱਤੇ ਵੀ 2 ਨੈਗੇਟਿਵ ਹੈ ਸੋਡੀਅਮ ਦੇ ਉੱਤੇ 1 ਪੋਜ਼ਿਟਿਵ ਹੈ ਤਾਂ ਕੀ ਬਣ ਗਿਆ Na2CrO4 ਇਹ ਬਣ ਗਿਆ ਸੋਡੀਅਮ ਕ੍ਰੋਮੇਟ ਯੈਲੋ ਕਲਰ ਦਾ ਸੋਲੂਸ਼ਨ ਆ ਜਾਏਗਾ ਤੁਹਾਡੇ ਕੋਲੇ ਜਦੋਂ ਅਸੀਂ ਸੋਡੀਅਮ ਹਾਈਡਰੋਕਸਾਈਡ ਨਾਲ 에ਅਰ ਦੀ ਪ੍ਰੈਜ਼ੈਂਸ ਦੇ ਵਿੱਚ ਇਹਨੂੰ ਟ੍ਰੀਟ ਕਰਦੇ ਹਾਂ। ਨਾਲ ਤੁਹਾਡੇ ਕੋਲੇ ਬਾਈ ਪ੍ਰੋਡਕਟ ਕੀ ਬਣ ਗਿਆ ਆਇਰਨ ਦਾ ਆਕਸਾਈਡ। ਠੀਕ ਹੈ Fe2O3 ਫੈਰਿਕ ਆਕਸਾਈਡ ਬਣ ਗਿਆ ਪਲੱਸ ਵਾਟਰ। ਮੇਨ ਸਾਡੇ ਕੋਲੇ ਚਾਹੀਦਾ ਸਾਨੂੰ ਕੀ ਹੈ ਸੋਡੀਅਮ ਕ੍ਰੋਮੇਟ। ਹੁਣ ਆਪਾਂ ਕੀ ਕਰਦੇ ਹਾਂ ਸੋਡੀਅਮ ਜਾਂ ਤੁਸੀਂ ਵੀਰੇ ਕੀ ਕਰ ਸਕਦੇ ਹੋ ਆਪਾਂ ਅਲਕਲੀ ਦੇ ਨਾਲ ਇਹਨੂੰ ਸੋਡੀਅਮ ਹਾਈਡਰੋਕਸਾਈਡ ਵੀ ਲੈ ਸਕਦੇ ਹਾਂ ਤੇ ਸੋਡੀਅਮ ਕਾਰਬੋਨੇਟ ਵੀ ਲੈ ਸਕਦੇ ਹਾਂ। ਜਦੋਂ ਅਸੀਂ ਸੋਡੀਅਮ ਕਾਰਬੋਨੇਟ ਨਾਲ ਇਹਨੂੰ ਟ੍ਰੀਟ ਕਰਾਂਗੇ ਇਹਨਾਂ ਚੋਂ ਦੋਨਾਂ ਚੋਂ ਜਿਹੜਾ ਮਰਜ਼ੀ ਲਿਖ ਸਕਦੇ ਹੋ ਤੁਸੀਂ। ਸੋਡੀਅਮ ਹਾਈਡਰੋਕਸਾਈਡ ਦੀ ਥਾਂ ਤੇ ਅਸੀਂ ਸੋਡੀਅਮ ਕਾਰਬੋਨੇਟ ਵੀ ਲੈ ਸਕਦੇ ਹਾਂ। ਜਦੋਂ ਸੋਡੀਅਮ ਕਾਰਬੋਨੇਟ ਨਾਲ ਟ੍ਰੀਟ ਕਰਾਂਗੇ ਆਪਾਂ ਤਾਂ ਇਹ ਸੋਡੀਅਮ ਜਿਹੜਾ ਹੈਗਾ क्रोमेट तो बनेगा ही बनेगा Fe2O3 भी बनेगा। वाटर की थां ते तुहाडे कोले की आ जाना सिर्फ कार्बन डाइऑक्साइड बाकी सारा जिहड़ा हैगा सेम होएगा। ये तुहाडे कोले 16 है याद जे बैलेंसिंग दे विच अदरवाइज तुसीं बैलेंस अपने आप कर सकते हो बैलेंसिंग कोई औखी नहीं होएगी तो क्योंकि इत्थे साडे कोले सोडियम दी मैटल 1 सी एटम इत्थे 2 है तो सानूं 8 चाहिए हाफ ही आएगा। इस तरह तुहाडे कोले की है जिहड़ा कार्बोनेट जिथे भी होएगा हमेशा बेटे सानू पता है कि उत्ते कार्बन डाइऑक्साइड बनती है गैस तो वाटर की थां ते की बनेगा ये CO2 H2O की थां ते CO2 आएगा।
ਤਾਂ ਤੁਸੀਂ ਸੋਡੀਅਮ ਹਾਈਡਰੋਕਸਾਈਡ ਨਾਲ ਵੀ ਇਹਦਾ ਰਿਐਕਸ਼ਨ ਕਰ ਸਕਦੇ ਹੋ, ਤੇ ਸੋਡੀਅਮ ਕਾਰਬੋਨੇਟ ਦੇ ਨਾਲ, ਅਲਕਲੀ ਦੇ ਨਾਲ ਲੈਣਾ ਆਪਾਂ, ਕੋਈ ਵੀ ਲੈ ਲਓ ਤੁਸੀਂ, ਠੀਕ ਹੈ। ਇਹ ਆ ਗਿਆ ਪਹਿਲਾ ਸਟੈਪ। ਦੂਸਰਾ ਸਟੈਪ ਹੁਣ ਕੀ ਹੈ ਬੇਟੇ, ਜਿਹੜਾ ਤੁਹਾਡੇ ਕੋਲੇ ਯੈਲੋ ਕਲਰ ਦਾ ਸੋਡੀਅਮ ਕ੍ਰੋਮੇਟ ਬਣਿਆ ਹੈ, ਹੁਣ ਅਸੀਂ ਇਹਨੂੰ ਸੋਡੀਅਮ ਡਾਈਕ੍ਰੋਮੇਟ ਦੇ ਵਿੱਚ ਕਨਵਰਟ ਕਰਾਂਗੇ। ਸੋਡੀਅਮ ਡਾਈਕ੍ਰੋਮੇਟ, ਤਾਂ ਹੁਣ ਕਨਵਰਜਨ ਆਫ ਸੋਡੀਅਮ ਕ੍ਰੋਮੇਟ ਇਨਟੂ ਸੋਡੀਅਮ ਡਾਈਕ੍ਰੋਮੇਟ। ਤਾਂ ਹੁਣ ਆਪਾਂ ਸੋਡੀਅਮ ਕ੍ਰੋਮੇਟ ਨੂੰ ਆਪਾਂ ਕਿਹਦੇ ਨਾਲ ਟ੍ਰੀਟ ਕਰਦੇ ਹਾਂ ਬੇਟੇ, ਸਲਫਿਊਰਿਕ ਐਸਿਡ ਦੇ ਨਾਲ। ਜਦੋਂ ਸਲਫਿਊਰਿਕ ਐਸਿਡ ਨਾਲ ਟ੍ਰੀਟ ਕਰਾਂਗੇ ਤਾਂ ਸੋਡੀਅਮ ਕ੍ਰੋਮੇਟ ਹੈ ਕਾਹਦੇ 'ਚ ਕਨਵਰਟ ਹੋ ਜਾਏਗਾ, ਸੋਡੀਅਮ ਡਾਈਕ੍ਰੋਮੇਟ ਦੇ ਵਿੱਚ, Na2Cr2O7 ਦੇ ਵਿੱਚ। ਇਹ ਕ੍ਰੋਮੇਟ ਸੀ, ਇਹ ਕੀ ਬਣ ਗਿਆ, ਡਾਈਕ੍ਰੋਮੇਟ। ਨਾਲ ਕੀ ਆ ਜਾਏਗਾ, ਸੋਡੀਅਮ ਸਲਫੇਟ ਐਂਡ ਵਾਟਰ। ਇਹ ਦੂਸਰਾ ਸਟੈਪ ਆ ਗਿਆ ਬੇਟੇ। ਪਹਿਲਾਂ ਕ੍ਰੋਮਾਈਟ ਔਰ ਤੋਂ ਅਸੀਂ ਸੋਡੀਅਮ ਕ੍ਰੋਮੇਟ ਬਣਾਇਆ, ਸੋਡੀਅਮ ਕ੍ਰੋਮੇਟ ਤੋਂ ਆਪਾਂ ਕੀ ਬਣਾ ਲਿਆ, ਸੋਡੀਅਮ ਡਾਈਕ੍ਰੋਮੇਟ। ਹੁਣ ਆਪਾਂ ਨੂੰ ਚਾਹੀਦਾ ਕੀ ਹੈ ਬੇਟੇ, ਪੋਟਾਸ਼ੀਅਮ ਡਾਈਕ੍ਰੋਮੇਟ, ਠੀਕ ਹੈ। ਤਾਂ ਹੁਣ ਆਪਾਂ ਕੀ ਕਰਾਂਗੇ, ਪੋਟਾਸ਼ੀਅਮ ਡਾਈਕ੍ਰੋਮੇਟ। ਤੀਸਰਾ ਸਟੈਪ ਹੈ ਜਿਹੜਾ, ਉਹ ਕੀ ਹੋਏਗਾ, ਕਨਵਰਜਨ ਆਫ ਸੋਡੀਅਮ ਡਾਈਕ੍ਰੋਮੇਟ ਇਨਟੂ ਪੋਟਾਸ਼ੀਅਮ ਡਾਈਕ੍ਰੋਮੇਟ। ਸੋਡੀਅਮ ਕ੍ਰੋਮਾਈਟ ਨੂੰ ਅਸੀਂ ਕਾਹਦੇ 'ਚ ਕਨਵਰਟ ਕਰਾਂਗੇ ਹੁਣ, ਪੋਟਾਸ਼ੀਅਮ ਡਾਈਕ੍ਰੋਮੇਟ ਦੇ ਵਿੱਚ, ਠੀਕ ਹੈ। ਜਿਹੜਾ ਸੋਡੀਅਮ ਕ੍ਰੋਮਾਈਟ ਹੁੰਦਾ, ਡਾਈਕ੍ਰੋਮੇਟ ਹੁੰਦਾ ਨਾ ਬੇਟੇ, ਇਹ ਜ਼ਿਆਦਾ ਸੋਲੂਬਲ ਹੁੰਦਾ ਹੈ ਐਜ਼ ਕੰਪੇਅਰ ਟੂ ਪੋਟਾਸ਼ੀਅਮ ਡਾਈਕ੍ਰੋਮੇਟ। ਮਤਲਬ ਇਹਦੇ ਕ੍ਰਿਸਟਲ ਛੇਤੀ ਨਹੀਂ ਬਣਨਗੇ, ਪਰ ਪੋਟਾਸ਼ੀਅਮ ਡਾਈਕ੍ਰੋਮੇਟ ਹੈ ਜਿਹੜਾ, ਉਹ ਘੱਟ ਸੋਲੂਬਲ ਹੁੰਦਾ ਹੈ, ਠੀਕ ਹੈ। ਤਾਂ ਹੁਣ ਜਦੋਂ ਆਪਾਂ ਸੋਡੀਅਮ ਡਾਈਕ੍ਰੋਮੇਟ ਨੂੰ ਪੋਟਾਸ਼ੀਅਮ ਕਲੋਰਾਈਡ ਨਾਲ ਟ੍ਰੀਟ ਕਰਾਂਗੇ ਤਾਂ ਸਾਡੇ ਕੋਲੇ ਪੋਟਾਸ਼ੀਅਮ ਡਾਈਕ੍ਰੋਮੇਟ ਬਣ ਜਾਏਗਾ। ਸੋਡੀਅਮ ਡਾਈਕ੍ਰੋਮੇਟ ਜ਼ਿਆਦਾ ਸੋਲੂਬਲ ਹੁੰਦਾ ਹੈ ਐਜ਼ ਕੰਪੇਅਰ ਟੂ ਪੋਟਾਸ਼ੀਅਮ ਡਾਈਕ੍ਰੋਮੇਟ। ਜਦੋਂ ਅਸੀਂ ਸੋਡੀਅਮ ਡਾਈਕ੍ਰੋਮੇਟ ਦੇ ਵਿੱਚ ਪੋਟਾਸ਼ੀਅਮ ਕਲੋਰਾਈਡ ਪਾ ਦਾਂਗੇ ਤਾਂ ਉਹਨੇ ਪੋਟਾਸ਼ੀਅਮ ਡਾਈਕ੍ਰੋਮੇਟ ਬਣਾ ਲੈਣਾ ਹੈ। ਤਾਂ ਆਪਾਂ ਕੀ ਕਰਾਂਗੇ, ਤੀਸਰਾ ਸਟੈਪ ਸਾਡੇ ਕੋਲੇ ਆ ਗਿਆ ਕਿ ਅਸੀਂ ਸੋਡੀਅਮ ਡਾਈਕ੍ਰੋਮੇਟ ਨੂੰ ਪੋਟਾਸ਼ੀਅਮ ਡਾਈਕ੍ਰੋਮੇਟ 'ਚ ਕਨਵਰਟ ਕਰ ਦਾਂਗੇ। ਤਾਂ Na2Cr2O7 ਪਲੱਸ KCl, ਤਾਂ ਕੀ ਬਣ ਗਿਆ, ਪੋਟਾਸ਼ੀਅਮ ਡਾਈਕ੍ਰੋਮੇਟ ਪਲੱਸ NaCl। ਇਹ ਤੁਹਾਡੇ ਕੋਲੇ ਔਰੇਂਜ ਕਲਰ ਦੇ ਕ੍ਰਿਸਟਲਸ ਆ ਜਾਣਗੇ, ਪੋਟਾਸ਼ੀਅਮ ਡਾਈਕ੍ਰੋਮੇਟ। ਤਾਂ ਕ੍ਰੋਮਾਈਟ ਔਰ ਤੋਂ ਅਸੀਂ ਪੋਟਾਸ਼ੀਅਮ ਡਾਈਕ੍ਰੋਮੇਟ ਦੀ ਪ੍ਰੈਪਰੇਸ਼ਨ ਕਰ ਸਕਦੇ ਹਾਂ 3 ਸਟੈਪ ਦੇ ਵਿੱਚ। ਤਾਂ ਪਹਿਲਾ ਸਟੈਪ ਸਾਡਾ ਕੀ ਸੀ ਬੇਟੇ, ਕਿ ਪਹਿਲਾਂ ਅਸੀਂ ਸੋਡੀਅਮ ਕ੍ਰੋਮੇਟ ਨੂੰ ਪ੍ਰਪੇਅਰ ਕੀਤਾ, ਠੀਕ ਹੈ। ਕਿੱਥੋਂ ਕੀਤਾ, ਕ੍ਰੋਮੇਟ ਔਰ ਦੇ ਨਾਲ ਅਸੀਂ ਅਲਕਲੀ ਦਾ ਲਿਆ, ਆਪਾਂ ਕੋਈ ਅਲਕਲੀ ਲੈ ਲਈਏ, ਜਾਂ ਅਸੀਂ ਸੋਡੀਅਮ ਹਾਈਡਰੋਕਸਾਈਡ ਲੈ ਲਾਂਗੇ, ਜਾਂ ਅਸੀਂ ਸੋਡੀਅਮ ਕਾਰਬੋਨੇਟ ਲੈ ਲਾਂਗੇ। ਉਹਦੇ ਤੋਂ ਅਸੀਂ ਸੋਡੀਅਮ ਕ੍ਰੋਮੇਟ ਬਣਾ ਲਾਂਗੇ। ਫਿਰ ਆਪਾਂ ਸੋਡੀਅਮ ਕ੍ਰੋਮੇਟ ਨੂੰ ਆਪਾਂ ਕੀ ਬਣਾ ਲਾਂਗੇ, ਸੋਡੀਅਮ ਡਾਈਕ੍ਰੋਮੇਟ ਬਣਾਵਾਂਗੇ। ਫਿਰ ਸੋਡੀਅਮ ਡਾਈਕ੍ਰੋਮੇਟ ਤੋਂ ਆਪਾਂ KCl ਨਾਲ ਟ੍ਰੀਟ ਕਰਕੇ ਪੋਟਾਸ਼ੀਅਮ ਡਾਈਕ੍ਰੋਮੇਟ ਬਣਾ ਲਾਂਗੇ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਬੇਟੇ ਕਿ ਜਿਹੜੇ ਕ੍ਰੋਮੇਟ ਤੇ ਡਾਈਕ੍ਰੋਮੇਟ ਹੈ, ਦੋਨੋਂ ਕੀ ਹੈ, ਇੰਟਰ ਕਨਵਰਟੀਬਲ ਹੈ, ਠੀਕ ਹੈ। ਕ੍ਰੋਮੇਟਸ ਐਂਡ ਡਾਈਕ੍ਰੋਮੇਟਸ ਹੈ ਜਿਹੜੇ, ਭਾਵੇਂ ਉਹ ਕੋਈ ਵੀ ਹੈ, ਚਾਹੇ ਸੋਡੀਅਮ ਦਾ ਪੋਟਾਸ਼ੀਅਮ, ਕੋਈ ਵੀ ਕ੍ਰੋਮੇਟ ਹੈ ਤੇ ਡਾਈਕ੍ਰੋਮੇਟ, ਉਹ ਇੰਟਰ ਕਨਵਰਟੀਬਲ ਹੈ ਇਨ ਐਕੁਅਸ ਸੋਲਿਊਸ਼ਨ ਡਿਪੈਂਡਿੰਗ ਅਪੋਨ pH ਆਫ ਦਾ ਸੋਲਿਊਸ਼ਨ। ਇਹਦਾ ਮਤਲਬ pH ਦੇ ਉੱਤੇ ਡਿਪੈਂਡ ਕਰਦੇ ਆ। ਹੁਣ ਤੁਸੀਂ ਯਾਦ ਰੱਖਣਾ ਹੈ ਕਿ ਜੇ pH ਅਸੀਂ ਸੋਲਿਊਸ਼ਨ ਦੀ 4 ਕਰ ਦਈਏ ਨਾ, 4 pH, ਤਾਂ 4 pH ਦੇ ਉੱਤੇ ਕ੍ਰੋਮੇਟ ਤੇ ਡਾਈਕ੍ਰੋਮੇਟ ਇਕੁਇਲਿਬਰੀਅਮ 'ਚ ਐਗਜ਼ਿਸਟ ਕਰਦੇ ਆ, ਦੋਨੋਂ ਐਗਜ਼ਿਸਟ ਕਰਨਗੇ। ਕ੍ਰੋਮੇਟ ਵੀ ਹੋਏਗਾ ਉਹਦੇ 'ਚ, ਡਾਈਕ੍ਰੋਮੇਟ ਵੀ ਹੋਏਗਾ, ਜੇ pH ਅਸੀਂ 4 ਰੱਖੀਏ। ਹੁਣ ਆਪਾਂ ਦੇਖਣਾ ਹੈ ਕਿ ਕਿਹੜੀ pH ਦੇ ਉੱਤੇ, ਵੱਧ pH ਦੇ ਉੱਤੇ ਜਾਂ ਘੱਟ pH ਦੇ ਉੱਤੇ ਕਿਹੜਾ ਕ੍ਰੋਮੇਟ ਜਾਂ ਡਾਈਕ੍ਰੋਮੇਟ ਐਗਜ਼ਿਸਟ ਕਰਦਾ ਹੈ। ਆਪਾਂ ਕੀ ਕੀਤਾ, ਕ੍ਰੋਮੇਟ ਆਇਨ ਹੈ, ਉਹਦੇ ਵਿੱਚ H ਆਇਨ ਐਡ ਕਰਤੀ, ਮਤਲਬ ਕਿ ਅਸੀਂ ਉਹਦੀ pH ਵਧਾ ਰਹੇ ਹਾਂ। pH ਕਿਹਦੇ ਤੇ ਡਿਪੈਂਡ ਕਰਦੀ ਹੈ, H ਆਇਨ ਦੇ ਉੱਤੇ। pH ਵਧਾ ਰਹੇ ਹਾਂ, ਤਾਂ ਜਦੋਂ ਅਸੀਂ pH ਵਧਾ ਰਹੇ ਹਾਂ ਤਾਂ ਇਹਦਾ ਮਤਲਬ ਕੀ ਬਣ ਰਿਹਾ, ਡਾਈਕ੍ਰੋਮੇਟ। ਇਹਦਾ ਮਤਲਬ ਜੇ pH ਜ਼ਿਆਦਾ ਹੋਏਗੀ ਤਾਂ ਉਹ ਕੀ ਹੈ, ਡਾਈਕ੍ਰੋਮੇਟ ਬਣਾ ਲੇਗਾ, ਠੀਕ ਹੈ। ਜੇ pH ਵੱਧ ਜਾਏਗੀ ਤਾਂ ਕੀ ਬਣਾ ਲੇਗਾ, ਡਾਈਕ੍ਰੋਮੇਟ ਬਣ ਲੇਗਾ। ਤਾਂ ਕ੍ਰੋਮੇਟ ਇਜ਼ ਕਨਵਰਟਡ ਟੂ ਡਾਈਕ੍ਰੋਮੇਟ, ਨਾਲ ਕੀ ਬਣ ਗਿਆ, ਵਾਟਰ। ਪਰ ਹੁਣ ਅਸੀਂ ਉਹਦੇ ਵਿੱਚ OH ਐਡ ਕਰਦੇ ਹਾਂ, ਮਤਲਬ ਕੀ ਹੈ, ਅਸੀਂ H ਆਇਨ ਦੀ ਕੰਸੈਂਟ੍ਰੇਸ਼ਨ ਨੂੰ ਘਟਾ ਰਹੇ ਹਾਂ। ਤਾਂ OH ਐਡ ਕਰਨ ਨਾਲ ਉਹ ਡਾਈਕ੍ਰੋਮੇਟ ਹੈ ਜਿਹੜਾ, ਉਹ ਕਾਹਦੇ 'ਚ ਕਨਵਰਟ ਹੋ ਗਿਆ, ਕ੍ਰੋਮੇਟ 'ਚ। ਮਤਲਬ ਕੀ ਹੈ, H ਆਇਨ ਵਧਾਉਣ ਨਾਲ ਡਾਈਕ੍ਰੋਮੇਟ ਬਣ ਜਾਏਗਾ, H ਆਇਨ ਘਟਾਉਣ ਨਾਲ ਕ੍ਰੋਮੇਟ ਬਣ ਜਾਏਗਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਅਸੀਂ pH ਵਧਾਵਾਂਗੇ ਸੋਲਿਊਸ਼ਨ ਦੀ ਤਾਂ ਡਾਈਕ੍ਰੋਮੇਟ ਬਣ ਜਾਏਗਾ, ਜਦੋਂ pH ਘਟਾ ਦਾਂਗੇ ਸੋਲਿਊਸ਼ਨ ਦੀ ਤਾਂ ਕ੍ਰੋਮੇਟ ਹੋਏਗਾ। ਵੱਧ ਜਿਹੜੀ pH ਵਾਲੇ ਸੋਲਿਊਸ਼ਨ ਦੇ ਵਿੱਚ ਹਮੇਸ਼ਾ ਡਾਈਕ੍ਰੋਮੇਟ ਐਗਜ਼ਿਸਟ ਕਰੇਗਾ, ਘੱਟ pH ਵਾਲੇ ਸੋਲਿਊਸ਼ਨ ਦੇ ਵਿੱਚ ਹਮੇਸ਼ਾ
क्रोमेट एग्जिस्ट करेगा। तो जे असी pH तकरीबन 4 कर दईए तो दोनों एग्जिस्ट करनगे, क्रोमेट भी ते डाइक्रोमेट भी। क्लीयर। अगे बटे स्ट्रक्चर, हम कई बार थोड़ा स्ट्रक्चर भी आ जाता है क्रोमेट ते डाइक्रोमेट। वैसे दोनों कंपाउंड्स दे कंपैरेटिवली ਜਿਹੜਾ पोटाशियम डाइक्रोमेट ते पोटाशियम परमैंगनेट दे विचों क्वेश्चन ज़्यादा टाइम्स आउंदा है, आउंदे दोनों चों है, मतलब तकरीबन आउंदा है क्वेश्चन, पर परमैंगनेट वाले जिहड़े पोटाशियम परमैंगनेट दे सॉल्ट दे विचों ज़्यादा आउंदा है। हुण इहदे विच आपां स्ट्रक्चर करनी है बेटे क्रोमेट ते डाइक्रोमेट दोनों आयन्स दी असीं जिहड़ी स्ट्रक्चर हुण डिस्कस करांगे। स्ट्रक्चर की है इन्हां दी स्ट्रक्चर है बेटे वो टैट्राहेड्रल हुंदी है। टैट्राहेड्रल है जिहड़ी वो स्ट्रक्चर लवांगे। हुण टैट्राहेड्रल स्ट्रक्चर किवें बनाउंदा है, तो आपां नूं पता है टैट्राहेड्रल स्ट्रक्चर की होएगी, क्रोमियम है जिहड़ा ਉਹਦੇ ਕੋਲ किन्ने इलैक्ट्रॉन है, 2, हमेशा ऑक्सीजन नाल 2 डबल जिहड़ा बॉन्ड है डबल बॉन्ड ते 2 दे उत्ते नैगेटिव चार्ज है, क्योंकि आपां की दस्सिआ CrO4 2 नैगेटिव, ये की है क्रोमेट आयन CrO4 2 नैगेटिव। तो हुण 2 ऑक्सीजन कोले की है नैगेटिव चार्ज है, इदां दिखा सकते हैं दी स्ट्रक्चर। अदरवाइज आपां की दिखावांगे Cr दे नाल O4 बॉन्ड बनाए हुए है, जिहड़ा मर्जी डबल बॉन्ड है, जिहड़ा मर्जी सिंगल बॉन्ड है, असी सिंगल बॉन्ड नाल ही शो कर दिंदे हैं, बस बनाउंदे असी टैट्राहेड्रल ही दिखाउने आ, पर जिते इहदे विच एक्चुअली की है 2 डबल बॉन्ड है, 2 सिंगल बॉन्ड है। जिहड़े सिंगल बॉन्ड है उत्थे तुसीं नैगेटिव चार्ज दिखाया होया है, ठीक है। तो ये नैगेटिव चार्ज सानू नहीं पता किहड़ी ऑक्सीजन कोल डबल बॉन्ड है, किहड़ी ऑक्सीजन कोल सिंगल बॉन्ड है, तो असी की है नैट 2 नैगेटिव चार्ज उत्ते शो कर सकते हैं। तो जी आई स्ट्रक्चर इहदा बना सकते हो, CrO4 टैट्राहेड्रल स्ट्रक्चर है, तो 2 उत्ते नैगेटिव चार्ज है। ये आ गई बेटे स्ट्रक्चर क्रोमेट आयन दी। इसे तरह असी डाइक्रोमेट आयन दी स्ट्रक्चर बनाने आ। डाइक्रोमेट आयन दी स्ट्रक्चर की है बेटे, सिर्फ इसे तरह टैट्राहेड्रन बने होणगे, एक जिहड़ी हैगी है कॉर्नर वाली ऑक्सीजन वो 2 टैट्राहेड्रन ने आपस दे विच शेयर कीती हुई है, तो की बन जाएगा ਉਹਦਾ Cr2O7। इसे करके 8 नहीं ना O रहिंदे, एक O नूं दोनों साझा हुंदे, एक O दोनों दे विच शेयर होया हुआ हुंदा है, तो इस करके Cr2O7 आ जाता है। नैगेटिव 2 ही रहणगे, क्योंकि ये नैगेटिव वाली ऑक्सीजन नूं दोनों ने शेयर कर लिया, इस करके इलैक्ट्रॉन नैगेटिव नहीं ना रहा, दूजी दे नाल शेयर हो गया, तो एक एक कोल नैगेटिव चार्ज रह गया। इसे करके CrO4 दे उत्ते भी 2 नैगेटिव हुंदा है, Cr2O7 दे उत्ते भी 2 नैगेटिव ही हुंदा है। तो इसे तरह स्ट्रक्चर नाल असीं 2 टैट्राहेड्रन जोड़ते, तो दोनों साइड वाली ऑक्सीजन के उत्ते असीं की दिखाता नैगेटिव नैगेटिव चार्ज है, 2 कोल की है डबल बॉन्ड है, तो एक ऑक्सीजन दोनों ने शेयर कर ली। 2 टैट्राहेड्रा शेयरिंग 1 ऑक्सीजन एटम, केड़ी ऑक्सीजन एक कॉर्नर वाली, ठीक है, एक को नहीं शेयर कर ली। अदरवाइज आप स्ट्रक्चर की है, कोई डबल बॉन्ड, कोई आप सारे सिंगल बॉन्ड दे विच करने, कोई डबल बॉन्ड नहीं दिखाते। आ एक टैट्राहेड्रन बन गया, ये जिहड़ा हैगा ये दूजा टैट्राहेड्रन बन गया, ये 2 टैट्राहेड्रन आपस जुड़ के एक ऑक्सीजन दे नाल जुड़े हुए हैं, तो असी 2 नैट उत्ते की है नैगेटिव चार्ज है। सानू नहीं पता किहड़ी ऑक्सीजन कोल नैगेटिव चार्ज है, किहदे कोल डबल बॉन्ड है। तो ये आ गई स्ट्रक्चर ऑफ डाइक्रोमेट आयन। तो दोनों की आप स्ट्रक्चर कर ली बेटे, क्रोमेट आयन की भी ते डाइक्रोमेट आयन की भी, ठीक है। हुण दोनों की जिहड़ी ऑक्सीडेशन स्टेट है ना बेटे क्रोमियम की, दोनों दे विच चाहे वो क्रोमाइट है ना सॉरी क्रोमेट है, चाहे वो डाइक्रोमेट है, दोनों च ऑक्सीडेशन स्टेट है जिहड़ी उहदी कितनी है, सेम है। ऑक्सीडेशन स्टेट है जिहड़ी की है सेम है। The oxidation state of chromium in CrO4 2 negative and Cr2O7 2 negative is same। कितनी आउंदी है जी, असी कैलकुलेट करिए कितनी ऑक्सीडेशन स्टेट कड्डांगे आपां, जे आपां ले लिया सपोज करो CrO4 2 नेगेटिव, तो ਉਹਦੇ उत्ते सानू पता है कितनी ऑक्सीडेशन स्टेट हुंदी है, ਉਹਦੀ 2 नेगेटिव हुंदी है, 4 ਉਹਦੀ कितनी होगी बेटे 8 नेगेटिव हो गया, x + 8 नेगेटिव इज इक्वल टू 2 नेगेटिव, क्योंकि जिन्ना चार्ज होंदा उन्होंने इक्वल टू असी कर दें 2 नेगेटिव, तो x इज इक्वल टू की हो जाएगा बेटे ये 8 नेगेटिव उधर जाके पॉजिटिव हो जाएगा, पॉजिटिव 8 चों 2 नेगेटिव घटा देंगे की रह जाएगा 6, तो यदा मतलब Cr की कितनी होगी 6 पॉजिटिव ये। इसे तरह असी
Cr2O7 ਦੇ ਵਿੱਚ ਕਰ ਸਕਦੇ ਹਾਂ। 7 ਆਕਸੀਜਨ ਦੇ ਉੱਤੇ ਕਿੰਨੇ ਹੋ ਗਏ ਬੇਟੇ? 7 2s are 14, 14 ਆ ਗਏ। ਠੀਕ ਹੈ, 2x plus 2x ਤੇ ਮਾਈਨਸ 14 ਇਜ਼ ਇਕੁਅਲ ਟੂ -2 ਤੇ 2x ਇਜ਼ ਇਕੁਅਲ ਟੂ ਉਧਰ ਜਾ ਕੇ 14 ਕੀ ਹੋ ਜਾਏਗਾ? ਪੋਜ਼ਿਟਿਵ ਹੋ ਜਾਏਗਾ। ਪੋਜ਼ਿਟਿਵ 14 ਚੋਂ 2 ਨੈਗੇਟਿਵ ਕਰਤੇ ਕੀ ਰਹਿ ਗਿਆ? 12 ਰਹਿ ਗਿਆ। ਤੇ 2x ਇਜ਼ ਇਕੁਅਲ ਟੂ 12 ਤੇ x ਇਜ਼ ਇਕੁਅਲ ਟੂ 6 ਤੇ ਇੱਥੇ ਵੀ Cr ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ? 6 ਹੈ। ਤਾਂ ਆਕਸੀਡੇਸ਼ਨ ਸਟੇਟ ਆਪਾਂ 1 'ਚ ਸਿੱਖੀ ਹੋਈ ਹੈ ਕਿ ਕਿਵੇਂ ਅਸੀਂ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰਦੇ ਹਾਂ। ਤਾਂ x ਮੰਨ ਕੇ ਤੁਸੀਂ ਕੱਢ ਸਕਦੇ ਹੋ। ਦੋਨੋਂ ਹੀ ਕੰਪਾਊਂਡਸ ਦੇ ਵਿੱਚ ਜਿਹੜੀ ਇਹਦੀ ਆਕਸੀਡੇਸ਼ਨ ਸਟੇਟ ਹੈ ਉਹ ਕੀ ਹੈ? 6 ਹੈ। ਸੇਮ ਆਕਸੀਡੇਸ਼ਨ ਸਟੇਟ ਆਏਗੀ ਇਹਨਾਂ ਦੇ ਵਿੱਚ। ਠੀਕ ਹੈ, ਅੱਗੇ ਬੇਟੇ ਆਪਾਂ ਕਰਦੇ ਹਾਂ ਆਕਸੀਡਾਈਜ਼ਿੰਗ ਕਰੈਕਟਰ। ਹੁਣ ਪੋਟਾਸ਼ੀਅਮ ਮੇਨ ਚੀਜ਼ ਜਿਹੜੀ ਇਹਦੀ ਹੈ ਆਕਸੀਡਾਈਜ਼ਿੰਗ ਕਰੈਕਟਰ। ਜਿਹੜੇ ਆਪਾਂ ਪੋਟਾਸ਼ੀਅਮ ਡਾਈਕ੍ਰੋਮੇਟ ਹੈ ਉਹਦੇ ਬਾਰੇ, ਜਾਂ ਸੋਡੀਅਮ ਪੋਟਾਸ਼ੀਅਮ ਕੋਈ ਵੀ ਡਾਈਕ੍ਰੋਮੇਟ ਲੈ ਲਓ, ਉਹਦੀ ਆਕਸੀਡਾਈਜ਼ਿੰਗ ਕਰੈਕਟਰ ਉਹਦਾ ਹੁੰਦਾ ਹੈ। ਆਕਸੀਡਾਈਜ਼ਿੰਗ ਦਾ ਮਤਲਬ ਕੀ ਹੈ? ਆਪ ਰਿਡਿਊਸ ਹੁੰਦਾ, ਦੂਜੇ ਨੂੰ ਆਕਸੀਡਾਈਜ਼ ਕਰ ਸਕਦਾ ਹੈ। Both sodium and potassium dichromats are strong oxidizing agents. ਦੋਨੋਂ ਹੀ strong oxidizing agent ਹੈ, ਪਰ ਦੋਨਾਂ ਦੇ ਅਲੱਗ-ਅਲੱਗ ਤਰ੍ਹਾਂ ਨਾਲ ਇਹ ਕੰਮ ਕਰਦੇ ਹੈ। ਤਾਂ sodium salt has a greater solubility. sodium salt ਦੀ solubility ਪਾਣੀ ਦੇ ਵਿੱਚ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ। ਠੀਕ ਹੈ, ਇਸ ਕਰਕੇ ਇਹ ਸੋਲਿਊਸ਼ਨ ਦੇ ਵਿੱਚ ਕੰਮ ਕਰੇਗਾ ਆਕਸੀਡਾਈਜ਼ਿੰਗ ਏਜੰਟ ਦਾ, and is extremely used as an oxidizing agent in organic chemistry. ਤਾਂ ਇਹਨੂੰ ਆਕਸੀਡਾਈਜ਼ਿੰਗ ਏਜੰਟ ਦੇ ਵਜੋਂ ਅਸੀਂ ਯੂਜ਼ ਕਰਦੇ ਹਾਂ। ਠੀਕ ਹੈ, ਕਿਉਂਕਿ ਇਹ ਬਹੁਤ ਸੋਲੂਬਲ ਹੁੰਦਾ ਹੈ ਪਾਣੀ ਦੇ ਵਿੱਚ। ਤਾਂ ਇਹ ਕੀ ਸੋਲੂਬਿਲਿਟੀ ਜ਼ਿਆਦਾ ਹੋਣ ਕਰਕੇ ਇਹਨੂੰ ਅਸੀਂ ਆਕਸੀਡਾਈਜ਼ਿੰਗ ਏਜੰਟ ਹੈ ਜਿਹੜਾ ਇਨ ਆਰਗੈਨਿਕ ਕੈਮਿਸਟਰੀ ਦੇ ਵਿੱਚ ਯੂਜ਼ ਕਰਦੇ ਹਾਂ, ਆਰਗੈਨਿਕ ਕੈਮਿਸਟਰੀ ਦੇ ਵਿੱਚ। ਠੀਕ ਹੈ, ਪੋਟਾਸ਼ੀਅਮ ਡਾਈਕ੍ਰੋਮੇਟ ਹੈ ਜਿਹੜਾ ਬੇਟੇ ਉਹ ਕਿੱਥੇ ਯੂਜ਼ ਕਰਦੇ ਆ? ਇਜ਼ ਯੂਜ਼ਡ ਐਜ਼ ਪ੍ਰਾਇਮਰੀ ਸਟੈਂਡਰਡ ਇਨ ਵੋਲਿਊਮੈਟ੍ਰਿਕ ਐਨਾਲਿਸਿਸ। ਹੁਣ ਵੋਲਿਊਮੈਟ੍ਰਿਕ ਐਨਾਲਿਸਿਸ ਦੇ ਵਿੱਚ ਜਿਹੜਾ ਪੋਟਾਸ਼ੀਅਮ ਡਾਈਕ੍ਰੋਮੇਟ ਹੈ ਉਹਨੂੰ ਅਸੀਂ ਪ੍ਰਾਇਮਰੀ ਸਟੈਂਡਰਡ ਵਜੋਂ ਵਰਤਦੇ ਹਾਂ। ਪ੍ਰਾਇਮਰੀ ਸਟੈਂਡਰਡ ਕਿਹਨੂੰ ਕਹਿੰਦੇ ਹਾਂ ਅਸੀਂ? ਪ੍ਰਾਇਮਰੀ ਸਟੈਂਡਰਡ ਉਹ ਹੁੰਦਾ ਬੇਟੇ ਜਿਸ ਸੋਲਿਊਸ਼ਨ ਨੂੰ ਅਸੀਂ ਉਹਦਾ ਵੇਟ ਲੈ ਕੇ ਉਹਦਾ ਪ੍ਰੋਪਰ ਸੋਲਿਊਸ਼ਨ ਬਣਾ ਸਕਦੇ ਹਾਂ, ਉਹਦਾ ਸਟੈਂਡਰਡ ਸੋਲਿਊਸ਼ਨ ਪ੍ਰਿਪੇਅਰ ਕਰ ਸਕਦੇ ਹਾਂ ਡਾਇਰੈਕਟ, ਉਹਨੂੰ ਅਸੀਂ ਪ੍ਰਾਇਮਰੀ ਸਟੈਂਡਰਡ ਕਹਿੰਦੇ ਹਾਂ। ਜਿਹੜੇ ਕੰਪਾਊਂਡ ਦਾ ਅਸੀਂ ਡਾਇਰੈਕਟ ਸਟੈਂਡਰਡ ਸੋਲਿਊਸ਼ਨ ਨਹੀਂ, ਸਟੈਂਡਰਡ ਸੋਲਿਊਸ਼ਨ ਕਿਹੜਾ ਹੁੰਦਾ ਬੇਟੇ? ਜਿਹਦੀ ਸਟਰੈਂਥ ਸਾਨੂੰ ਪਤਾ ਹੋਵੇ, ਤਾਂ ਉਹਦਾ ਸਟੈਂਡਰਡ ਸੋਲਿਊਸ਼ਨ ਅਸੀਂ ਬਣਾ ਸਕਦੇ ਹਾਂ, ਉਹਨੂੰ ਅਸੀਂ ਪ੍ਰਾਇਮਰੀ ਸਟੈਂਡਰਡ ਕਹਿੰਦੇ ਹਾਂ। ਜਿਨ੍ਹਾਂ ਦਾ ਅਸੀਂ ਡਾਇਰੈਕਟ ਨਹੀਂ ਕਰ ਸਕਦੇ, ਜਿਨ੍ਹਾਂ ਦੀ ਅਸੀਂ ਟਾਈਟਰੇਸ਼ਨ ਕਰਕੇ ਉਹਨੂੰ ਸਟੈਂਡਰਡਾਈਜ਼ ਕਰਦੇ ਹਾਂ, ਤਾਂ ਉਹਨੂੰ ਅਸੀਂ ਸੈਕੰਡਰੀ ਸਟੈਂਡਰਡਸ ਕਹਿੰਦੇ ਹਾਂ। ਤਾਂ ਪੋਟਾਸ਼ੀਅਮ ਡਾਈਕ੍ਰੋਮੇਟ ਹੈ ਜਿਹੜਾ ਉਹ ਪ੍ਰਾਇਮਰੀ ਸਟੈਂਡਰਡ ਹੁੰਦਾ ਹੈ, ਮਤਲਬ ਇਹਦਾ ਵੇਟ ਮੇਜਰ ਕਰਕੇ ਅਸੀਂ ਲੈਬ ਦੇ ਵਿੱਚ ਜਿਹੜਾ ਸੋਲਿਊਸ਼ਨ ਬਣਾਵਾਂਗੇ ਅਸੀਂ ਉਹਨੂੰ ਪ੍ਰਾਇਮਰੀ ਸਟੈਂਡਰਡ ਕਹਿੰਦੇ ਹਾਂ। ਮਤਲਬ ਦੂਜਿਆਂ ਦੇ ਸੋਲਿਊਸ਼ਨ ਨੂੰ ਸਟੈਂਡਰਡਾਈਜ਼ ਕਰਨ ਵਾਸਤੇ, ਉਹਨਾਂ ਦੀ ਜਿਹੜੀ ਸਟਰੈਂਥ ਹੈ ਉਹਨਾਂ ਨੂੰ ਕੱਢਣ ਵਾਸਤੇ, ਉਹਨਾਂ ਦੀਆਂ ਮੋਲੈਰਿਟੀ ਕੱਢਣ ਵਾਸਤੇ ਅਸੀਂ ਇਹਨਾਂ ਸੋਲਿਊਸ਼ਨਸ ਨੂੰ ਯੂਜ਼ ਕਰ ਸਕਦੇ ਹਾਂ ਟਾਈਟਰੇਸ਼ਨ ਕਰਕੇ ਵੋਲਿਊਮੈਟ੍ਰਿਕ ਐਨਾਲਿਸਿਸ ਦੇ ਨਾਲ। ਜਿਵੇਂ ਆਪਾਂ +1 ਦੇ ਵਿੱਚ ਐਸਿਡ ਬੇਸ ਟਾਈਟਰੇਸ਼ਨ ਕੀਤੀਆਂ ਸੀ, ਤੁਹਾਨੂੰ ਮੈਂ ਉੱਥੇ ਕਹਿੰਦੀ ਹੁੰਦੀ ਸੀ ਕਿ ਜਦੋਂ ਆਪਾਂ 2 ਦੇ ਵਿੱਚ ਜਿਹੜਾ ਰਿਐਕਸ਼ਨ ਕਰਾਂਗੇ ਉਹ ਵੋਲਿਊਮੈਟ੍ਰਿਕ ਐਨਾਲਿਸਿਸ ਹੈ ਜਿਹੜੀ ਇਹ ਸੇਮ ਹੋਏਗੀ, ਪਰ ਉਹਦੇ ਵਿੱਚ ਆਪਾਂ ਜਿਹੜਾ ਤੁਹਾਡਾ ਰਿਐਕਸ਼ਨ ਦੀ ਟਾਈਪ ਹੋਏਗੀ ਉਹ ਰਿਡੌਕਸ ਰਿਐਕਸ਼ਨ ਹੋਏਗਾ, ਜਿਹਦੇ ਵਿੱਚ ਆਕਸੀਡੇਸ਼ਨ ਰਿਡਕਸ਼ਨ ਹੋਏਗੀ। ਠੀਕ ਹੈ, ਉਹਦੇ ਵਿੱਚ ਜਿਹੜਾ ਆਪਾਂ ਇਹਨਾਂ ਸੋਲਿਊਸ਼ਨ ਵਾਸਤੇ ਜਿਹੜੇ ਇਹ ਪ੍ਰਾਇਮਰੀ ਸਟੈਂਡਰਡ ਵਜੋਂ ਯੂਜ਼ ਕੀਤਾ ਜਾਂਦਾ ਹੈ, ਕਿਉਂਕਿ ਇਹ ਆਕਸੀਡਾਈਜ਼ਿੰਗ ਏਜੰਟ ਹੈ, ਇਹ ਦੂਜੇ ਨੂੰ ਆਕਸੀਡਾਈਜ਼ ਕਰ ਸਕਦਾ ਹੈ। ਠੀਕ ਹੈ, ਇਸ ਕਰਕੇ ਇਹਨੂੰ ਪ੍ਰਾਇਮਰੀ ਸਟੈਂਡਰਡ ਵੋਲਿਊਮੈਟ੍ਰਿਕ ਐਨਾਲਿਸਿਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਇਨ ਐਸਿਡਿਕ ਮੀਡੀਅਮ, ਪਰ ਜੇ ਆਪਾਂ ਐਸਿਡਿਕ ਮੀਡੀਅਮ ਦੇ ਵਿੱਚ ਲੈ ਲੈਂਦੇ ਆ ਨਾ ਇਹਨੂੰ ਸੋਲਿਊਸ਼ਨ ਨੂੰ, ਤਾਂ ਇਹਦੇ ਜਿਹੜੇ ਆਕਸੀਡਾਈਜ਼ਿੰਗ ਐਕਸ਼ਨ ਹੈ ਉਹਨੂੰ ਆਪਾਂ ਕਿਵੇਂ ਸ਼ੋਅ ਕਰ ਸਕਦੇ ਹਾਂ? ਉਹਦੇ ਰਿਐਕਸ਼ਨ ਤੁਹਾਨੂੰ ਸ਼ੋਅ ਕੀਤੇ ਹੋਏ ਹੈ ਕਿ ਜੇ ਆਪਾਂ ਐਸਿਡਿਕ, ਕਿਉਂਕਿ ਐਸਿਡਿਕ ਮੀਡੀਅਮ ਦੇ ਵਿੱਚ ਹੀ ਇਹਦੀ ਜਿਹੜੇ ਐਕਸ਼ਨ ਹੈ ਉਹ ਜ਼ਿਆਦਾ ਹੁੰਦਾ ਹੈ। ਇਹ ਜਦੋਂ ਵੀ ਅਸੀਂ ਐਸਿਡ ਦੇ ਨਾਲ ਹੀ ਰਿਐਕਟ ਕਰੇਗਾ ਤਾਂ ਇੱਕ ਨੇਸੈਂਟ ਆਕਸੀਜਨ ਰਿਲੀਜ਼ ਕਰਦਾ ਹੈ। ਐਸਿਡ ਸੋਲਿਊਸ਼ਨ 'ਚ ਜਦੋਂ ਇਹ ਰਿਐਕਟ ਕਰੇਗਾ, ਮਤਲਬ ਇਹਦਾ ਜ਼ਿਆਦਾ ਐਕਸ਼ਨ ਆਕਸੀਡਾਈਜ਼ਿੰਗ ਜਿਹੜਾ ਐਕਸ਼ਨ ਹੈ ਜਾਂ ਆਕਸੀਡਾਈਜ਼ਿੰਗ ਨੇਚਰ ਹੈ ਜ਼ਿਆਦਾ ਐਸਿਡ ਸੋਲਿਊਸ਼ਨ ਦੇ ਵਿੱਚ ਹੁੰਦੀ ਹੈ। ਕਿਉਂਕਿ ਉਹਦੇ ਨਾਲ ਰਿਐਕਟ ਕਰਕੇ ਇਹ ਨੇਸੈਂਟ ਆਕਸੀਜਨ
ਛੱਡਦਾ ਹੈ। ਤਾਂ ਨੇਸੈਂਟ ਆਕਸੀਜਨ ਦਾ ਮਤਲਬ ਕੀ ਹੈ? ਅਟੋਮਿਕ ਆਕਸੀਜਨ। ਤਾਂ ਅਟੋਮਿਕ ਆਕਸੀਜਨ ਹੈ ਬੇਟੇ, ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੀ ਹੈ, ਇਹ ਬਹੁਤ ਛੇਤੀ ਦੂਜੇ ਨੂੰ ਆਕਸੀਡਾਈਜ਼ ਕਰ ਸਕਦੀ ਹੈ, ਕਿਉਂਕਿ ਨਾਲ ਦੀ ਨਾਲ ਇਹਨੇ ਕੀ ਕਰਨਾ ਹੈ? ਜ਼ਿਆਦਾ ਰਿਐਕਟਿਵ ਦਾ ਮਤਲਬ ਕੀ ਹੈ? ਨਾਲ ਦੀ ਨਾਲ ਕਿਸੇ ਦੇ ਨਾਲ ਅਟੈਚ ਹੋ ਜਾਏਗੀ ਤਾਂ ਉਹਨੂੰ ਕੀ ਕਰ ਦੇਗੀ? ਆਕਸੀਡਾਈਜ਼ ਕਰ ਦੇਗੀ। ਕਲੀਅਰ ਹੋ ਗਿਆ? ਇਹ ਕਿਉਂ ਜ਼ਿਆਦਾ ਆਕਸੀਡਾਈਜ਼ਿੰਗ ਨੇਚਰ ਦਾ ਹੁੰਦਾ ਹੈ? ਕਿਉਂਕਿ ਨੇਸੈਂਟ ਆਕਸੀਜਨ ਰਿਲੀਜ਼ ਕਰਦਾ ਹੈ, ਅਟੋਮਿਕ ਫਾਰਮ ਦੇ ਵਿੱਚ ਆਕਸੀਜਨ ਰਿਲੀਜ਼ ਕਰਦਾ ਹੈ, ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੀ ਹੈ ਇਹ ਆਕਸੀਜਨ। ਠੀਕ ਹੈ, ਤਾਂ ਆਪਾਂ ਰਿਐਕਸ਼ਨ ਕੀ ਹੈ? ਐਕਚੁਅਲ ਬੇਸਿਕ ਜਿਹੜਾ ਰਿਐਕਸ਼ਨ ਹੈ ਇਹੀ ਆਏਗਾ ਸਾਰਿਆਂ ਦੇ ਵਿੱਚ। ਅਸੀਂ ਇਹੀ ਰਿਐਕਸ਼ਨ ਨੂੰ, ਬਸ ਇਸ ਰਿਐਕਸ਼ਨ ਨੂੰ ਤੁਸੀਂ ਯਾਦ ਕਰ ਲਓ, ਇਹੀ ਰਿਐਕਸ਼ਨ ਨੂੰ ਬਾਰ-ਬਾਰ ਅਸੀਂ ਯੂਜ਼ ਕਰਾਂਗੇ। K2Cr2O7 ਪੋਟਾਸ਼ੀਅਮ ਡਾਈਕ੍ਰੋਮੇਟ ਪਲੱਸ ਸਲਫਿਊਰਿਕ ਐਸਿਡ। ਤਾਂ ਯਾਦ ਕੀ ਰੱਖਣਾ ਹੈ? K ਦਾ ਵੀ ਤੇ ਕ੍ਰੋਮੀਅਮ ਦਾ, ਪੋਟਾਸ਼ੀਅਮ ਤੇ ਕ੍ਰੋਮੀਅਮ ਦੋਨਾਂ ਦੇ ਸਲਫੇਟ ਬਣ ਜਾਣਗੇ। ਬਹੁਤ ਈਜ਼ੀ ਰਿਐਕਸ਼ਨ ਹੈ ਬੇਟੇ, ਤਾਂ ਬਾਰ-ਬਾਰ ਅਸੀਂ ਯੂਜ਼ ਕਰਨੇ ਆ। ਤਾਂ ਆਪਾਂ ਇਸੇ ਤਰ੍ਹਾਂ ਦੀ ਰਿਐਕਸ਼ਨ ਅਸੀਂ KMnO4 ਨਾਲ ਕਰਾਂਗੇ। ਮਤਲਬ ਤੁਹਾਨੂੰ ਇੱਕ ਵਾਰ ਯਾਦ ਕਰਨ ਦੀ ਲੋੜ ਹੈ, ਬਾਕੀ ਤੁਹਾਨੂੰ ਸਾਰੇ ਰਿਐਕਸ਼ਨ ਤੁਸੀਂ ਇਹਦੇ ਨਾਲ ਆਪਣੇ ਆਪ ਬਣਾ ਸਕਦੇ ਹੋ। ਫਿਰ K2Cr2O7 ਪਲੱਸ H2SO4, ਤਾਂ ਪੋਟਾਸ਼ੀਅਮ ਤੇ ਕ੍ਰੋਮੀਅਮ ਦੋਨਾਂ ਦੇ ਸਲਫੇਟ ਬਣ ਗਏ, ਪੋਟਾਸ਼ੀਅਮ ਸਲਫੇਟ ਪਲੱਸ ਕ੍ਰੋਮੀਅਮ ਸਲਫੇਟ। ਪੋਟਾਸ਼ੀਅਮ ਦੀ ਵੈਲੈਂਸੀ ਕਿੰਨੀ ਹੈ ਬੇਟੇ? 1, SO4 ਦੀ 2 ਹੁੰਦੀ ਹੈ, K2SO4 ਬਣ ਗਿਆ। ਕ੍ਰੋਮੀਅਮ ਦੀ ਕਿੰਨੀ ਹੁੰਦੀ ਹੈ? 3 ਤੇ SO4 ਦੀ 2, ਤਾਂ ਕੀ ਬਣ ਗਿਆ? Cr2SO4 ਥਰਾਈਸ। ਠੀਕ ਹੈ, ਤਾਂ ਪੋਟਾਸ਼ੀਅਮ ਨੇ ਵੀ ਸਲਫੇਟ ਬਣਾ ਲਿਆ, ਕ੍ਰੋਮੀਅਮ ਨੇ ਵੀ ਸਲਫੇਟ ਬਣਾ ਲਿਆ। ਹੁਣ ਸਾਡੇ ਕੋਲੇ ਕੀ ਰਹਿ ਗਿਆ? ਇਹ ਸਲਫੇਟ ਤਾਂ ਯੂਜ਼ ਹੋ ਗਏ, ਨਾਲ ਕੀ ਆ ਗਿਆ? ਵਾਟਰ ਬਣ ਗਿਆ, ਤੇ ਨਾਲ ਨੇਸੈਂਟ ਆਕਸੀਜਨ ਬਣੀ। ਬਸ ਇਹ ਯਾਦ ਰੱਖਣਾ ਹੈ ਕਿ ਇਸ ਰਿਐਕਸ਼ਨ ਦੇ ਵਿੱਚ ਇੱਕ ਨੇਸੈਂਟ ਆਕਸੀਜਨ ਰਿਲੀਜ਼ ਹੁੰਦੀ ਹੈ। ਹੁਣ ਇਹੀ ਆਕਸੀਜਨ ਹੈ ਜਿਹੜੀ ਸਾਰੇ ਅਲੱਗ-ਅਲੱਗ ਕੰਪਾਊਂਡਸ ਦੇ ਨਾਲ ਰਿਐਕਟ ਕਰੇਗੀ ਤੇ ਉਹਨਾਂ ਨੂੰ ਆਕਸੀਡਾਈਜ਼ ਕਰੀ ਜਾਏਗੀ। ਇਹਦੇ ਡਿਫਰੈਂਟ ਟਾਈਪ ਦੇ ਰਿਐਕਸ਼ਨਸ ਹੁੰਦੇ ਆ ਜਿਹੜੇ ਉਹਨਾਂ ਨੂੰ ਰਿਐਕਟ ਕਰਕੇ ਕੀ ਬਣਾਉਂਦੀ ਹੈ? ਉਹਨਾਂ ਨੂੰ ਆਕਸੀਡਾਈਜ਼ ਕਰ ਦਿੰਦੀ ਹੈ। ਠੀਕ ਹੈ, ਜੇ ਅਸੀਂ ਇਲੈਕਟ੍ਰੋਨਿਕ ਕਨਸੈਪਟ ਦੇ ਵਿੱਚ ਇਹੀ ਰਿਐਕਸ਼ਨ ਕਰੀਏ, ਇਲੈਕਟ੍ਰੋਨਿਕ ਕਨਸੈਪਟ ਦੇ ਵਿੱਚ ਅਸੀਂ ਰਿਐਕਸ਼ਨ ਦੇਣਾ ਹੋਵੇ, ਇਹੀ ਰਿਐਕਸ਼ਨ ਹੈ ਜਿਹੜਾ, ਤਾਂ ਆਪਾਂ ਕੀ ਲਿਖਾਂਗੇ? ਮਤਲਬ ਸਾਲਟ ਕੋਈ ਵੀ ਹੋਵੇ ਤਾਂ ਆਪਾਂ ਡਾਈਕ੍ਰੋਮੇਟ ਆਇਨ ਲੈ ਲਿਆ। ਹੁਣ ਇਹ ਡਾਈਕ੍ਰੋਮੇਟ ਆਇਨ ਹੈ ਜਿਹੜਾ 14H ਆਇਨਸ ਦੇ ਨਾਲ ਰਿਐਕਟ ਕਰਕੇ ਪਲੱਸ ਕੀ ਆਏਗਾ? 6 ਇਲੈਕਟ੍ਰੋਨ ਗੇਨ ਕਰੇਗਾ, ਕਿਉਂਕਿ ਇਹ ਆਕਸੀਡਾਈਜ਼ ਕਰ ਰਿਹਾ ਦੂਜਿਆਂ ਨੂੰ, ਇਹਦਾ ਮਤਲਬ ਆਪ ਰਿਡਿਊਸ ਹੋ ਰਿਹਾ ਹੈ। 6 ਇਲੈਕਟ੍ਰੋਨਸ ਗੇਨ ਕਰੇਗਾ ਤਾਂ ਇਹਨੇ ਕੀ ਬਣਾ ਲੈਣਾ ਹੈ? Cr3 ਪੋਜ਼ਿਟਿਵ। Cr2O7 2 ਨੈਗੇਟਿਵ ਇਜ਼ ਕਨਵਰਟਡ ਟੂ Cr3 ਪੋਜ਼ਿਟਿਵ, ਤਾਂ ਨਾਲ 7 ਵਾਟਰ ਮੋਲੀਕਿਊਲਸ। ਅਸਲ 'ਚ ਰਿਐਕਸ਼ਨ ਜਿਹਦੇ ਨਾਲ ਮਰਜ਼ੀ ਰਿਐਕਟ ਕਰੇ, ਆਹ ਰਿਐਕਸ਼ਨ ਹੋਣਾ ਹੀ ਹੋਣਾ ਹੈ। ਇਹ ਕਿਹਦੇ ਕਰਕੇ ਹੋ ਰਿਹਾ ਹੈ? ਸਿਰਫ ਪੋਟਾਸ਼ੀਅਮ ਡਾਈਕ੍ਰੋਮੇਟ ਕਰਕੇ। ਕਿਹਦੀ ਪ੍ਰੈਜ਼ੈਂਸ ਦੇ ਵਿੱਚ? ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ। ਤਾਂ ਹਮੇਸ਼ਾ ਇਹ 6 ਇਲੈਕਟ੍ਰੋਨਸ ਗੇਨ ਕਰੇਗਾ। ਕੋਈ ਵੀ ਰਿਐਕਸ਼ਨ ਲਾਉਂਗੇ ਉਹਦੇ 'ਚ ਇਹਨੇ 6 ਇਲੈਕਟ੍ਰੋਨਸ ਹੀ ਗੇਨ ਕਰਨੇ ਆ, ਤਾਂ ਹੀ ਇਹ 6 ਇਲੈਕਟ੍ਰੋਨਸ ਗੇਨ ਕਰਕੇ ਇੱਥੇ ਕਨਵਰਟ ਹੋਏਗਾ। ਇਹ 6 ਇਲੈਕਟ੍ਰੋਨ ਕਿਵੇਂ ਗੇਨ ਕਰਦਾ ਹੈ? ਇਹ ਆਪਾਂ ਕਿਵੇਂ ਦੇਖਾਂਗੇ? ਇਹਦੀ ਆਕਸੀਡੇਸ਼ਨ ਸਟੇਟ ਦੇਖ ਕੇ। ਹੁਣ ਇਹ ਆਪਾਂ ਪਿੱਛੇ ਪੜਿਆ ਸੀ ਕਿ ਪੋਟਾਸ਼ੀਅਮ ਡਾਈਕ੍ਰੋਮੇਟ ਦੇ ਵਿੱਚ ਵੀ ਤੇ ਕ੍ਰੋਮੇਟ ਆਇਨ ਦੇ ਵਿੱਚ ਵੀ, ਡਾਈਕ੍ਰੋਮੇਟ ਆਇਨ ਦੇ ਵਿੱਚ ਆਕਸੀਡੇਸ਼ਨ ਸਟੇਟ ਕਿੰਨੀ ਹੈ? +6। ਤੁਹਾਨੂੰ ਬਾਰ-ਬਾਰ ਕੈਲਕੂਲੇਟ ਕਰਨ ਦੀ ਲੋੜ ਨਹੀਂ, ਸਾਨੂੰ ਪਤਾ ਹੈ ਕਿ ਇਹਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ। ਇੱਥੇ ਤੁਸੀਂ ਕੱਢ ਵੀ ਸਕਦੇ ਹੋ x ਮੰਨ ਕੇ, ਕਿੰਨੀ ਹੈ? +6। ਹੁਣ ਆਪਾਂ ਇੱਥੇ ਦੇਖੋ Cr ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ? ਸਿੱਧੀ ਦਿੱਤੀ ਪਈ ਹੈ। ਠੀਕ ਹੈ, ਕਿੰਨੀ ਹੈ? 3 ਪੋਜ਼ਿਟਿਵ। 6 ਪੋਜ਼ਿਟਿਵ ਤੋਂ ਇਹ 3 ਪੋਜ਼ਿਟਿਵ ਤੇ ਆ ਰਿਹਾ ਹੈ, ਤੇ ਇਹਦਾ ਮਤਲਬ ਕੀ ਹੈ ਬੇਟੇ? ਇਹਦੀ ਆਕਸੀਡੇਸ਼ਨ ਸਟੇਟ ਡਿਕਰੀਜ਼ ਹੋ ਰਹੀ ਹੈ। ਕਿੰਨੀ ਡਿਕਰੀਜ਼ ਹੋ ਰਹੀ ਹੈ? 3 ਡਿਕਰੀਜ਼ ਹੋ ਰਹੀ ਹੈ। ਤੇ ਆਪਾਂ 1 ਦੇ ਵਿੱਚ ਰਿਡੌਕਸ ਰਿਐਕਸ਼ਨ ਦੇ ਵਿੱਚ ਬਹੁਤ ਡਿਟੇਲ 'ਚ ਪੜ੍ਹੀ ਹੋਈ ਹੈ। 1 ਦੇ ਵਿੱਚ ਵੀ ਕੀਤਾ ਹੈ ਤੇ ਆਪਾਂ ਇਲੈਕਟ੍ਰੋਕੈਮਿਸਟਰੀ ਕੀਤੀ ਹੈ, ਉੱਥੇ ਵੀ ਆਪਾਂ ਸਾਰਾ ਕੁਝ ਕੀਤਾ ਹੈ। ਠੀਕ ਹੈ, ਤਾਂ ਇਹਦੀ ਆਕਸੀਡੇਸ਼ਨ ਸਟੇਟ ਕੀ ਹੋ ਰਹੀ ਹੈ? ਘਟ ਰਹੀ ਹੈ। ਤਾਂ ਆਕਸੀਡੇਸ਼ਨ ਸਟੇਟ ਜਿੱਥੇ ਘਟ ਰਹੀ ਹੋਵੇ ਤਾਂ ਇਹਦਾ ਮਤਲਬ ਕੀ ਹੁੰਦਾ ਬੇਟੇ? ਉਹ ਰਿਡਕਸ਼ਨ ਹੋ ਰਹੀ ਹੈ। increase in oxidation state is oxidation and decrease in oxidation state is reduction। ਤਾਂ ਹੁਣ ਇਹ 6 ਪੋਜ਼ਿਟਿਵ ਤੋਂ 3 ਪੋਜ਼ਿਟਿਵ ਤੇ ਆ ਰਹੇ ਹੈ, ਤਾਂ ਕੀ ਕਰੇਗਾ? 3 ਇਲੈਕਟ੍ਰੋਨਸ ਗੇਨ ਕਰ ਰਿਹਾ ਹੈ, ਤਾਂ ਗੇਨ ਆਫ ਇਲੈਕਟ੍ਰੋਨ ਇਜ਼ ਰਿਡਕਸ਼ਨ। ਤਾਂ ਕ੍ਰੋਮੀਅਮ ਸਾਡੇ ਕੋਲੇ ਡਾਈਕ੍ਰੋਮੇਟ 'ਚ ਕਿੰਨੇ ਹੈ ਬੇਟੇ? 2 ਹੈ। ਇੱਕ ਕ੍ਰੋਮੀਅਮ 3 ਇਲੈਕਟ੍ਰੋਨ ਗੇਨ ਕਰ ਰਿਹਾ ਹੈ, ਤਾਂ 2 ਕ੍ਰੋਮੀਅਮ ਕਿੰਨੇ ਗੇਨ ਕਰਨਗੇ ਬੇਟੇ? ਕਿਉਂਕਿ ਇਸ ਫਾਰਮੂਲੇ ਦੇ ਆਪਾਂ ਤਾਂ ਡਾਈਕ੍ਰੋਮੇਟ ਦੀ ਗੱਲ ਕਰ ਰਹੇ ਹਾਂ ਨਾ, ਤਾਂ ਡਾਈਕ੍ਰੋਮੇਟ ਦੇ ਵਿੱਚ ਕ੍ਰੋਮੀਅਮ 2 ਹੈ, ਤਾਂ 2 ਕ੍ਰੋਮੀਅਮ ਹਮੇਸ਼ਾ 6 ਇਲੈਕਟ੍ਰੋਨਸ ਗੇਨ ਕਰਨਗੇ। ਇੱਕ ਨੂੰ ਕਿੰਨੇ ਚਾਹੀਦੇ ਹੈ? 3 ਇਲੈਕਟ੍ਰੋਨ, ਤੇ 2 ਨੂੰ ਕਿੰਨੇ ਚਾਹੀਦੇ ਹੈ? 6 ਇਲੈਕਟ੍ਰੋਨਸ। ਤਾਂ ਇਸ ਕਰਕੇ ਹਮੇਸ਼ਾ ਰਿਐਕਸ਼ਨ ਇਹੀ ਹੋਏਗਾ, ਇਹ 14H ਆਇਨਸ ਤੇ 6 ਇਲੈਕਟ੍ਰੋਨਸ।
ਹਮੇਸ਼ਾ ਕਾਹਦੇ 'ਚ ਕਨਵਰਟ ਹੋਏਗਾ Cr3 ਪੋਜ਼ਿਟਿਵ ਦੇ ਵਿੱਚ ਤੇ ਨਾਲ 7 ਵਾਟਰ ਮਾਲੀਕਿਊਲਸ ਨਿਕਲਣਗੇ। ਕਲੀਅਰ ਹੋ ਗਿਆ। ਹੁਣ ਜੇ ਆਪਾਂ ਇੱਥੋਂ ਇਹਦਾ ਇਕੁਇਲੈਂਟ weight ਕੱਢਣਾ ਹੋਵੇ ਪੋਟਾਸ਼ੀਅਮ ਡਾਈਕ੍ਰੋਮੇਟ ਦਾ, ਇਕੁਇਲੈਂਟ weight ਕਿਹਦੇ ਬਰਾਬਰ ਹੁੰਦਾ ਬੇਟੇ ਕਿ ਮੋਲੀਕੂਲਰ weight ਡਿਵਾਈਡਡ ਬਾਏ ਉਹਦੇ ਰਿਐਕਸ਼ਨਸ ਦੇ ਵਿੱਚ ਕਿੰਨੇ ਇਲੈਕਟ੍ਰੋਨ ਲੂਜ਼ ਜਾਂ ਗੇਨ ਹੋ ਰਹੇ ਆ। ਕਿਉਂਕਿ ਜਦੋਂ ਵੀ ਆਪਾਂ ਇਕੁਇਲੈਂਟ ਮਾਸ ਕੱਢਣੇ ਸਿੱਖੇ ਹੋਏ ਆ ਬੇਟੇ ਕਿ ਜੇ ਐਸਿਡ ਦਾ ਹੁੰਦਾ ਹੈ ਕਿ ਉਹਦੇ 'ਚ ਰਿਪਲੇਸੇਬਲ ਐਚ ਆਇਨ ਕਿੰਨੇ ਆ ਉਹਦੇ ਨਾਲ ਡਿਵਾਈਡ ਕਰ ਦਿਓ, ਉਹਦਾ ਇਕੁਇਲੈਂਟ ਮਾਸ ਆ ਜਾਂਦਾ ਹੈ। ਜੇ ਆਪਾਂ ਬੇਸ ਲਿਆ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਮੋਲੀਕੂਲਰ ਮਾਸ ਨੂੰ ਉਹਦੇ ਰਿਪਲੇਸੇਬਲ OH ਆਇਨ ਨਾਲ ਜਿਹੜਾ ਹੈਗਾ ਡਿਵਾਈਡ ਕਰ ਦਿਓ, ਉਹਦਾ ਆ ਜਾਂਦਾ। ਪਰ ਜੇ ਤੁਹਾਡੇ ਕੋਲੇ ਕੋਈ ਰਿਡੌਕਸ ਰਿਐਕਸ਼ਨ ਹੁੰਦਾ ਹੈ ਜਿਹਦੇ ਵਿੱਚ ਇਲੈਕਟ੍ਰੋਨ ਦੀ ਟ੍ਰਾਂਸਫਰ ਹੁੰਦੀ ਹੈ ਤਾਂ ਆਪਾਂ ਕੀ ਕਹਿੰਦੇ ਆ ਉਹਦਾ ਇਕੁਇਲੈਂਟ weight ਕਿਵੇਂ ਕੱਢਿਆ ਜਾਂਦਾ ਹੈ ਕਿ ਜਿੰਨੇ ਉਹਦੇ ਵਿੱਚ ਇਲੈਕਟ੍ਰੋਨ ਟ੍ਰਾਂਸਫਰ ਹੋ ਰਹੇ ਹੈ ਉਹਦੇ ਨਾਲ ਉਹਨੂੰ ਡਿਵਾਈਡ ਕਰ ਦਿਓ। ਠੀਕ ਹੈ, ਤਾਂ ਇਹ ਤੁਹਾਡੇ ਕੋਲੇ ਕੀ ਆ ਗਿਆ ਕਿਉਂਕਿ 6 ਇਲੈਕਟ੍ਰੋਨਸ ਹੀ ਇਹਦੇ ਵਿੱਚ ਹਮੇਸ਼ਾ ਟ੍ਰਾਂਸਫਰ ਹੋਣਗੇ ਤਾਂ ਇਹਨੂੰ ਅਸੀਂ 6 ਨਾਲ ਡਿਵਾਈਡ ਕਰ ਦਿਓ ਤਾਂ ਇਹਦਾ ਕੀ ਆ ਗਿਆ 294। ਇਹਦਾ ਬੇਟੇ ਆਪਾਂ ਸਾਰੇ ਮਾਸਿਸ ਨੂੰ ਜੋੜ ਦਿਓ 294 ਬਣ ਜਾਂਦਾ ਹੈ। ਉਹਦੇ ਮੋਲੀਕੂਲਰ ਮਾਸ ਨੂੰ 6 ਨਾਲ ਡਿਵਾਈਡ ਕਰ ਦਿਓ ਤਾਂ ਕੀ ਬਣ ਜਾਏਗਾ 49। 49 ਕੀ ਹੈ ਬੇਟੇ ਦਾ ਇਕੁਇਵਲੈਂਟ ਮਾਸ। ਠੀਕ ਹੈ, ਪੋਟਾਸ਼ੀਅਮ ਡਾਈਕ੍ਰੋਮੇਟ ਦਾ ਇਕੁਇਵਲੈਂਟ ਮਾਸ ਹੈ ਜਿਹੜਾ ਉਹ ਕਿੰਨਾ ਹੈ 49 ਕਿਉਂਕਿ ਇਹਦੇ ਰਿਪਲੇਸੇਬਲ ਜਿਹੜੇ ਇਲੈਕਟ੍ਰੋਨ ਹੈ ਟ੍ਰਾਂਸਫਰ ਹੁੰਦੇ ਆ ਜਿਹੜੇ ਉਹ ਕਿੰਨੇ ਹੈ ਭਾਵੇਂ ਗੇਨ ਕਰੇ ਚਾਹੇ ਲੂਜ਼ ਕਰੇ ਕਿੰਨੇ ਹੈ 6 ਹੈ ਤਾਂ 6 ਨਾਲ ਡਿਵਾਈਡ ਕਰ ਦਿਓ ਇਹਦਾ ਇਕੁਇਵਲੈਂਟ ਮਾਸ ਆ ਜਾਂਦਾ ਹੈ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਆਕਸੀਡਾਈਜ਼ਿੰਗ ਰਿਐਕਸ਼ਨਸ ਕਰਾਂਗੇ। ਉਹ ਰਿਐਕਸ਼ਨਸ ਆਪਾਂ ਜਿਹੜੇ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਕਿਉਂਕਿ ਜੇ ਆਪਾਂ ਹੁਣ ਡਿਸਕਸ ਕਰਾਂਗੇ ਤਾਂ ਜਿਹੜਾ ਲੈਕਚਰ ਆ ਉਹ ਲੈਂਥੀ ਹੋ ਜਾਏਗੀ, ਵੀਡੀਓ ਲੰਬੀ ਹੋ ਜਾਏਗੀ। ਤਾਂ ਆਪਾਂ ਨੈਕਸਟ ਜਿਹੜੇ ਲੈਕਚਰ ਦੇ ਵਿੱਚ ਆਪਾਂ ਇਹਦੇ ਰਿਐਕਸ਼ਨਸ ਹੈ ਉਹਨਾਂ ਨੂੰ ਡਿਸਕਸ ਕਰਾਂਗੇ।